पंजाब 10 न्यूज़ टीवी ਵਿੱਚ ਤੁਹਾਡਾ ਸਵਾਗਤ ਹੈ। मैं प्रगट सिंह राजेआना। मोदी सरकार द्वारा पिछले जून जुलाई के महीने तो जो बिल चुप चपीते करोने की आड़ ਵਿੱਚ पेश ਕੀਤੇ ਸੀ, जिन्हां दा लोकां नूं हौली हौली पता लग्या तो लोकां दे विच बिल्लां प्रति जागरूकता आई तो लोग लामबंद होण लगे। लामबंद हुंदे हुंदे लोग घरां तो निकले, सड़कां ते आए, सड़कां ते आके अपने हक्कां दी गल कीती। हक्कां दी गल करदियां करदियां दो वड्डे घराणे अडानी ते अंबानी जिहड़े देश दा अद्धा सरमाया आपदे कोल रखी बैठे है, उन्हां लोकां दे ਵਪਾਰਕ ਅਦਾਰਿਆਂ ਵਿੱਚ ਲੋਕਾਂ ਨੇ ਪਹੁੰਚ ਕੀਤੀ। ਲੋਕਾਂ ਦੇ ਨਾਲ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਸਭ ਲੋਕਾਂ ਨੇ ਨੂੰ ਨਾਲ ਜੋੜ ਕੇ ਇਹਨਾਂ ਵੱਡੇ ਘਰਾਣਿਆਂ ਦੇ ਵਪਾਰਕ ਅਦਾਰਿਆਂ ਤੇ ਧਰਨੇ ਦਿੱਤੇ। ਮੇਰੇ ਪਿੰਡ ਰਾਜੇਆਣਾ ਵਿਖੇ ਪਿਛਲੇ 2-2.5 ਮਹੀਨਿਆਂ ਤੋਂ ਰਿਲਾਇੰਸ ਪੰਪ ਰਾਜੇਆਣਾ ਵਿਖੇ ਲਗਾਤਾਰ ਧਰਨਾ ਜਾਰੀ ਹੈ ਤੇ ਅੱਜ ਵੀ ਬੇਸ਼ੱਕ ਜਿਹੜਾ ਧਰਨਾ ਹੈਗਾ ਇਹ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਚੱਲ ਰਿਹਾ। ਅੱਜ 24ਵਾਂ ਦਿਨ ਉੱਥੇ ਵੀ ਹੋ ਗਿਆ ਇਸ ਧਰਨੇ ਲੱਗੇ ਨੂੰ ਜੋ ਮੋਦੀ ਸਰਕਾਰ ਦੁਆਰਾ ਬਿੱਲ ਦਿੱਤੇ ਗਏ ਆ। ਸੋ ਸਾਡੇ ਨਾਲ ਮੋਗਾ ਜ਼ਿਲ੍ਹੇ ਦੇ ਮਜ਼ਦੂਰ ਆਗੂ ਮੰਗਾ ਸਿੰਘ ਵੈਰੋਕੇ ਆ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਮੰਗਾ ਸਿੰਘ ਜੀ, ਸਵਾਗਤ ਹੈ ਪਹਿਲਾਂ ਤਾਂ ਸਾਡੇ ਚੈਨਲ 'ਚ। ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਇਸ ਮੋਰਚੇ ਨੂੰ ਆ ਜਿਹੜਾ ਚਾਰ ਚੰਨ ਲਾਉਣ ਦੀ ਕੋਸ਼ਿਸ਼ ਕੀਤੀ ਆ ਔਰ ਸਾਡੀ ਗੱਲਬਾਤ ਆ ਜਿਹੜੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ। ਮੰਗਾ ਸਿੰਘ ਜੀ, ਮਜ਼ਦੂਰ ਤਬਕਾ ਜਿਹੜਾ ਇਸ ਅੰਦੋਲਨ ਦੇ ਵਿੱਚ, ਮੈਂ ਦਿੱਲੀ ਵੀ ਜਾ ਕੇ ਆਇਆ, ਉੱਥੇ ਵੀ ਦੇਖਿਆ ਵੀ ਮਜ਼ਦੂਰ ਤਬਕੇ ਦੀ ਜਿਹੜੀ ਸ਼ਮੂਲੀਅਤ ਘਟ ਰਹੀ ਹੈ। ਕੀ ਕਾਰਨ ਸਮਝਦੇ ਆ ਵੀ ਆਪਾਂ ਮਜ਼ਦੂਰ ਉਹਨਾਂ ਕਿਉਂ ਨਹੀਂ ਤੋਰ ਸਕੇ ਇਸ ਮਾਮਲੇ 'ਚ? ਚਾਹੇ ਮੈਂ ਕਿਸਾਨਾਂ ਨੂੰ ਵੀ, ਕਿਸਾਨ ਜਥੇਬੰਦੀਆਂ ਨੂੰ ਵੀ ਮੇਰੇ ਸਵਾਲ ਹੁੰਦੇ ਸੀ, ਰਾਜੇਵਾਲ ਸਾਹਿਬ ਨੂੰ ਵੀ ਇਹ ਮੇਰਾ ਸਵਾਲ ਸੀਗਾ, ਉਹ ਗਰਾਹਾਂ ਸਾਹਿਬ ਨੂੰ ਵੀ ਸੀਗਾ। ਤੁਸੀਂ ਮਜ਼ਦੂਰਾਂ ਵਿੱਚੋਂ ਹੋ, ਕੀ ਘਾਟ ਹੈ, ਕਿੱਥੇ ਘਾਟ ਰਹੀ ਹੈ ਵੀ ਮਜ਼ਦੂਰ ਤਬਕਾ ਜਿਹੜਾ ਹਜੇ ਇਸ ਘੋਲ ਦੇ ਵਿੱਚ ਪੂਰੀ ਤਰ੍ਹਾਂ ਚੱਲਿਆ ਨਹੀਂ? ਦੇਖੋ ਜੀ, ਇਹ ਨਹੀਂ ਹੈਗਾ ਵੀ ਮਜ਼ਦੂਰ ਤਬਕਾ ਬਿਲਕੁਲ ਨਹੀਂ ਚੱਲਿਆ ਗਾ। ਇੱਥੇ ਲਗਭਗ ਜੇ ਅਸੀਂ ਪੈਟਰੋਲ ਪੰਪ ਰਾਜੇਆਣੇ ਦੀ ਗੱਲ ਕਰੀਏ, ਚਾਹੇ ਦਿੱਲੀ ਮੋਰਚੇ ਦੀ ਗੱਲ ਕਰੀਏ, ਤਾਂ ਲਗਭਗ ਵੱਡੀ ਗਿਣਤੀ ਨਹੀਂ ਕਹਿ ਸਕਦੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ, 100ਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਜ਼ਦੂਰ ਹੈ ਉੱਥੇ ਇੱਥੋਂ ਗਏ ਆ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਜ਼ਦੂਰ ਨਹੀਂ ਗਏ। ਦੂਸਰੀ ਗੱਲ ਇਹ ਆ ਕਿ ਜਦੋਂ ਆਪਾਂ ਮਜ਼ਦੂਰਾਂ ਦੀ ਗੱਲ ਕਰਦੇ ਕਿ ਹਫ਼ਤਾ ਰਹਿਣ ਦੀ, 10 ਦਿਨ ਰਹਿਣ ਦੀ, ਉਹਨਾਂ ਦੀ ਆਰਥਿਕ ਜਾਂ ਹਾਲਤ ਇੰਨੀ ਨਿੱਘਰੀ ਹੋਈ ਆ ਕਿ ਉਹ ਹਫ਼ਤਾ 10 ਦਿਨ ਨਹੀਂ ਰਹਿ ਸਕਦੇ, ਕਿਉਂਕਿ ਉਹਨਾਂ ਦਾ ਇਹ ਹੈਗਾ ਕਿ ਇੱਕ ਦਿਨ ਹੀ ਕਮਾਉਣਾ ਉਹਨਾਂ ਨੇ, ਉਹੀ ਖਾਣਾ। ਇਸ ਕਰਕੇ ਜੇ ਆਪਾਂ ਕਹੀਏ ਕਿ ਇਹ ਜਿਹੜਾ ਘੋਲ ਆ ਇਹ ਕਿਸਾਨਾਂ ਦਾ ਬਿਲਕੁਲ ਨਹੀਂ ਹੈਗਾ, ਇਹ ਸਾਰੇ ਵਰਗਾਂ ਦਾ, ਕਿਉਂਕਿ ਜਿਹੜੇ ਤਿੰਨੇ ਕਾਨੂੰਨ ਆ ਇਹ ਦੁਕਾਨਦਾਰਾਂ ਲਈ ਘਾਤਕ ਆ, ਕਿਸਾਨਾਂ ਲਈ ਤਾਂ ਹੈਗੇ ਮਜ਼ਦੂਰਾਂ ਲਈ, ਹੋਰਾਂ ਲਈ, ਜਿੰਨੇ ਵੀ ਇਸ ਕਿਰਤ ਨਾਲ ਜੁੜੇ ਹੋਏ, ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਲੋਕ ਹੈ, ਸਾਰਿਆਂ ਲਈ ਘਾਤਕ ਹੈਗੇ। ਔਰ ਸਾਰੇ ਲੋਕਾਂ ਨੇ ਜਿਹੜਾ ਇਹਦਾ ਵੱਧ ਚੜ੍ਹ ਕੇ ਜਿਹੜਾ ਉਹ ਸਾਥ ਦਿੱਤਾ, ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਕੀਤਾ। ਇਹ ਨਹੀਂ ਆਪਾਂ ਕਹਿ ਸਕਦੇ ਮਜ਼ਦੂਰ ਕਿਸੇ ਕੋਲੋਂ ਘੱਟ ਰਹਿ ਗਏ ਆ। ਹੁਣ ਜਿਹੜੇ ਆਪਣੇ 21 ਸਾਥੀ ਦਿੱਲੀ ਦੇ ਵਿੱਚ ਸ਼ਹੀਦ ਹੋਏ ਆ, ਦਿੱਲੀ ਮੋਰਚੇ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਗਏ ਸੀ ਜਿਹੜੇ, ਉਹਨਾਂ ਦੇ ਸੰਬੰਧ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਜ਼ਦੂਰਾਂ ਨੇ ਸ਼ਰਧਾਂਜਲੀ ਸਮਾਰੋਹ ਜਿਹੜੇ ਕੀਤੇ ਹੈਗੇ ਆ। ਔਰ ਇੱਥੋਂ ਤੱਕ ਕਿ ਸਾਡੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਆ ਜਿਹੜੀ ਵੱਡੀ ਗਿਣਤੀ ਦੇ ਵਿੱਚ ਹੈ, ਉਹ ਦਿੱਲੀ ਪਹੁੰਚੀ ਆ ਜੀ। ਇਸ ਸੰਘਰਸ਼ ਦੀ ਭੇਂਟ ਚੜੇ ਮਜ਼ਦੂਰ ਤਬਕੇ ਦੇ ਦੇਵਾ ਸਿੰਘ ਖੋਟੇ ਤੇ ਇੱਕ ਪਿੰਡਰਾਂ ਤੋਂ, ਤੇ ਜਿਹੜੇ ਹੈਗਾ ਉੱਥੇ ਵੀ ਉਹਨਾਂ ਦੀ ਗੱਲ ਚੱਲੀ, ਜਿਹੜਾ ਉਹਨਾਂ ਨੂੰ ਆਰਥਿਕ ਲਾਭ ਉਹਨਾਂ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਉਹਨਾਂ ਦੇ ਘਰਾਂ ਦੇ ਵਿੱਚ। ਤੁਸੀਂ ਕਿਵੇਂ ਉਹਨਾਂ ਨੂੰ ਲੈਂਦੇ ਹੋ ਜਾਂ ਕਿਵੇਂ ਲੋਕਾਂ ਨੂੰ ਪ੍ਰੇਰ ਕੇ ਉਹਨਾਂ ਦਾ ਕੋਈ ਆਪਾਂ ਜਿਹੜਾ ਆਤਮ ਨਿਰਭਰ ਹੋ ਸਕਣ, ਥੋੜ੍ਹਾ ਬਹੁਤ ਉਹਨਾਂ ਨੂੰ ਮਾਇਆ ਦਾ ਸਹਿਯੋਗ ਮਿਲ ਸਕੇ, ਕੋਈ ਇੱਦਾਂ ਦਾ ਉਪਰਾਲਾ ਤੁਸੀਂ ਕਰ ਸਕੇ ਹੋ, ਕਰਨ ਦਾ ਕੋਈ ਪਲਾਨ ਹੈ? ਦੇਖੋ ਜੀ, ਜਿਹੜਾ ਦੇਵਾ ਸਿੰਘ ਨਹੀਂ, ਮੇਵਾ ਸਿੰਘ ਖੋਟੇ ਆ, ਅਸੀਂ ਉਹਨਾਂ ਦੇ ਘਰ ਵੀ ਜਾ ਕੇ ਆਏ ਆ। ਇੱਕ ਭਿੰਡਰਾਂ ਤੋਂ ਸਾਥੀ ਦੀ ਮੌਤ ਹੋਈ ਆ। ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜਥੇਬੰਦੀਆਂ ਇਹਨਾਂ ਬਾਰੇ ਸੋਚ ਨਹੀਂ ਰਹੀਆਂ ਹੈਗੀਆਂ, ਕਿਉਂਕਿ ਸੰਘਰਸ਼ ਆ ਜਿਹੜੇ ਉਹ ਲੰਬੇ ਚਲੇ ਗਏ ਆ, ਪਰ ਇਹ ਨਹੀਂ ਹੈਗੀ ਆਰਥਿਕ ਸਹਾਇਤਾ ਨਹੀਂ ਹੋਈ ਉਹਨਾਂ ਦੀ। ਕਿਉਂਕਿ ਜਦੋਂ ਅਸੀਂ ਗਏ ਆ ਉਹਨਾਂ ਦੇ ਘਰ ਦੇ ਵਿੱਚ, ਬਿਲਕੁਲ ਵੀ ਉਹਨਾਂ ਦੇ ਘਰ ਦੇ ਆ ਜਿਹੜੇ ਨਿਰਾਸ਼ਾ ਦੇ ਆਲਮ 'ਚ ਨਹੀਂ ਸੀਗੇ। ਉਹਨਾਂ ਨੇ ਸਾਰੀ ਜਿਹੜੀ ਜ਼ਿੰਮੇਵਾਰੀ ਸਿੱਟੀ ਹੈਗੀ ਆ ਉਹ ਜਥੇਬੰਦੀ 'ਤੇ ਸਿੱਟੀ ਹੈਗੀ ਵੀ ਜਥੇਬੰਦੀ ਇਹ ਕਰਨਗੀਆਂ, ਸਾਨੂੰ ਅੱਜ ਕੁਛ ਨਾ ਕੁਛ ਮਿਲ ਜੇ ਜਾਂ ਕੱਲ੍ਹ ਨੂੰ ਕੁਛ ਨਾ ਕੁਛ ਮਿਲ ਜੇ। ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਉਹਨਾਂ ਨੇ ਕੀਤੀ ਗਈ, ਕਿਉਂਕਿ ਉਹ ਜਾਣਦੇ ਆ ਕਿ ਲੰਮੇ ਸਮੇਂ ਤੋਂ ਉਹ ਬੰਦੇ ਆ ਜਿਹੜੇ ਜਥੇਬੰਦੀ ਦੇ ਨਾਲ ਜੁੜੇ ਹੋਏ ਸੀਗੇ। ਔਰ ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਅਹਿਮ ਰੋਲ ਬਣਦਾ ਹੁੰਦਾ ਉਹਨਾਂ ਨੇ ਨਿਭਾਇਆ। ਔਰ ਕਿਸਾਨ ਮਜ਼ਦੂਰ ਦੀ ਜਿਹੜੀ ਜੋਟੀ ਪੈਣੀ ਚਾਹੀਦੀ ਆ, ਚਾਹੇ ਉਹ
ਆਪਦੀਆਂ ਜਿਹੜੀਆਂ ਜਾਨਾਂ ਲਾ ਕੇ ਉਹਨਾਂ ਨੇ ਇਸ ਜਿਹੜੀ ਕੜੀ ਆ ਜਿਹੜੀ ਜੱਟ ਦੀ ਤੇ ਉਹ ਬਣਾਇਆ ਗਿਆ ਹੈਗਾ ਕਿਉਂਕਿ ਸਿਆਸੀ ਬੰਦੇ ਇਸ ਚੀਜ਼ ਨੂੰ ਜ਼ਿਆਦਾ ਤੂਲ ਦਿੰਦੇ ਹੈਗੇ ਜਿਵੇਂ ਝੋਨੇ ਵਾਲਾ ਸੀ ਪਿੱਛੇ, ਉਸ ਤਰ੍ਹਾਂ ਦੀਆਂ ਗੱਲਾਂ ਛੱਡ ਕੇ ਸਾਰੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਜੋਟੀ ਪਈ ਆ ਇਹਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਕਿਸਾਨ ਮਜ਼ਦੂਰ ਇਹਨਾਂ ਕਾਨੂੰਨਾਂ ਦੇ ਖਿਲਾਫ ਲੜ ਰਹੇ ਆ। ਔਰ ਜਿਹੜੇ ਸਾਥੀ ਮੇਵਾ ਸਿੰਘ ਖੋਟੇ ਔਰ ਭਿੰਡਰ ਕਲਾਂ ਤੋਂ ਜਿਹੜੇ ਸਾਥੀ ਦੀ ਮੌਤ ਹੋਈ ਆ, ਸ਼ਹੀਦ ਹੋਏ ਆ ਸਾਡੇ, ਉਹਨਾਂ ਨੇ ਕਿਹਾ ਕਿ ਜਥੇਬੰਦੀਆਂ ਹੀ ਆ ਜਿਹੜੀਆਂ ਉਹ ਸਾਡੀਆਂ ਕਰਤਾ ਧਰਤਾ ਹੈ, ਜਿਵੇਂ ਉਹ ਕਰਨਗੀਆਂ ਸਾਨੂੰ ਮਨਜ਼ੂਰ ਹੈ ਜੀ, ਜਿਵੇਂ ਉਹ ਕਰਨੀਆਂ ਸਾਨੂੰ ਮਨਜ਼ੂਰ ਹੈ। ਸਾਡਾ ਵੀ ਇਹੀ ਕਹਿਣਾ ਸੀਗਾ ਕਿ ਮਜ਼ਦੂਰ ਵਰਗ ਨੇ ਸ਼ਮੂਲੀਅਤ ਕੀਤੀ ਆ, ਪਰ ਉਨੀ ਸ਼ਮੂਲੀਅਤ ਨਹੀਂ ਕੀਤੀ। ਇੱਕ ਤੁਹਾਨੂੰ ਲੱਗਦਾ ਜੇ ਮੰਨ ਲਓ ਇੱਥੇ ਸੈਲੋ ਵਗੈਰਾ ਚਾਲੂ ਹੋ ਗਏ ਤਾਂ ਉਹ ਕਿੰਨੇ ਮਜ਼ਦੂਰਾਂ ਦਾ ਕੰਮ ਖਾ ਜਾਣਗੇ ਜਿਹੜੇ ਅੱਜ ਲੇਬਰ ਕਰਦੇ ਨੇ, ਸੈਲਰਾਂ 'ਚ ਲੇਬਰ ਕਰਦੇ ਆ, ਚਾਹੇ ਉਹ FCI ਦੀ ਉਹਦੇ 'ਚ ਲੇਬਰ ਕਰਦੇ ਨੇ। ਤੁਹਾਨੂੰ ਲੱਗਦਾ ਵੀ ਜੇ ਉਹ ਸੈਲੋ ਚਾਲੂ ਹੋ ਗਏ ਤਾਂ ਇਹਨਾਂ ਮਜ਼ਦੂਰਾਂ ਦਾ ਜਿਹੜਾ ਰੁਜ਼ਗਾਰ ਹੈ ਉਹ ਖੁੱਸ ਜੂਗਾ, ਇਹ ਲੋਕ ਬੇਰੁਜ਼ਗਾਰ ਹੋ ਜਾਣਗੇ? ਦੇਖੋ ਜੀ, ਜਿਵੇਂ ਆਪਣੇ ਮੋਗੇ ਦੇ ਵਿੱਚ ਡਗਰੂ ਇੱਕ ਸੈਲੋ ਬਣਿਆ ਹੋਇਆ, ਉਹਦੇ 'ਚ ਇੱਕੇ ਦਿਨ 40 ਲੱਖ ਬੋਰੀ ਪੈਂਦੀ ਆ ਤੇ 40 ਲੱਖ ਬੋਰੀ ਢੋਣ ਵਾਸਤੇ ਜਿਹੜਾ ਲਗਭਗ 22,000 ਮਜ਼ਦੂਰ ਦੀ ਲੋੜ ਪੈਂਦੀ ਹੈਗੀ ਆ। ਇੱਥੇ ਲਗਭਗ ਸਾਰੇ ਬੰਦੇ ਆ ਜਿਹੜੇ ਸਾਰਾ ਕੁਝ ਕਰਨ ਵਾਸਤੇ 9 ਬੰਦਿਆਂ ਦੀ ਗਿਣਤੀ ਆ। ਸਾਨੂੰ ਪਤਾ ਹੈ ਕਿ ਜੇ ਇਹ ਕਾਲੇ ਕਾਨੂੰਨ ਜ਼ਮੀਨੀ ਪੱਧਰ ਤੇ ਚਲੋ ਉਹ ਕਾਨੂੰਨ ਉਹਨਾਂ ਨੇ ਬਣਾ ਤੇ ਹੈਗੇ ਆ, ਇਹ ਜੇ ਹਕੀਕਤ ਵਿੱਚ ਲਾਗੂ ਹੁੰਦੇ ਆ ਤਾਂ ਬਹੁਤ ਸਾਰੇ ਮਜ਼ਦੂਰ ਆ ਜਿਹੜੇ ਉਹ ਮੰਡੀਆਂ ਦੇ ਵਿੱਚੋਂ ਵਿਹਲੇ ਹੋਣਗੇ, ਉਹਨਾਂ ਦੀ ਦਿਹਾੜੀ ਤੇ ਜਿਹੜਾ ਫਰਕ ਪਊਗਾ। ਜਿਵੇਂ ਕਿ ਤੁਸੀਂ ਗੱਲ ਕੀਤੀ ਆ ਕਿ ਜੇਕਰ ਇਹ ਕਾਨੂੰਨ ਲਾਗੂ ਹੁੰਦੇ ਆ ਜਿੱਥੇ ਕਿਸਾਨਾਂ ਦੇ ਹੱਥ ਡੱਬੇ ਫੜਾਏ ਜਾਣਗੇ, ਡੱਬੇ ਜਾਂ ਸਰਕਾਰ ਫੜਾਊਗੀ ਰੋਟੀ ਵਾਲੇ ਵੀ ਕੰਮ ਕਰਨ ਨੂੰ, ਜਦੋਂ ਆਪਾਂ ਜਾਂਦੇ ਹਾਂ ਕਿ ਵੀ ਰੋਟੀ ਵਾਲੇ ਡੱਬੇ ਲੈ ਕੇ ਜਾਂਦੇ ਆ ਤਾਂ ਉਸ ਤੋਂ ਪਹਿਲਾਂ ਜਿਹੜੇ ਮਜ਼ਦੂਰਾਂ ਦੇ ਡੱਬੇ ਆ ਉਹ ਖੁੱਸਣਗੇ। ਇਹਨਾਂ ਕਾਨੂੰਨਾਂ ਦੇ ਇੰਨੇ ਜਾਣੀ ਦਾ ਬੁਰੇ ਪ੍ਰਭਾਵ ਹੈਗੇ ਆ। ਇਹਨਾਂ ਸਾਰਿਆਂ ਤਬਕਿਆਂ ਨੂੰ, ਜਿਵੇਂ ਪਹਿਲਾਂ ਮੈਂ ਗੱਲ ਕੀਤੀ ਹੈਗੀ ਆ, ਇਹਨਾਂ ਸਾਰਿਆਂ ਤਬਕਿਆਂ ਨੂੰ ਇਕਜੁੱਟ ਹੋ ਕੇ ਇਸ ਕਾਲੇ ਕਾਨੂੰਨਾਂ ਦੇ ਖਿਲਾਫ ਆ ਜਿਹੜਾ ਉਹ ਡਟ ਕੇ ਖੜਾ ਹੋਣਾ ਚਾਹੀਦਾ ਜੀ। ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਮਜ਼ਦੂਰ ਵਰਗ ਨੂੰ ਵੀ ਡਟ ਕੇ ਖੜੇ ਹੋਣਾ ਚਾਹੀਦਾ ਹੈ। ਸਾਥੀ ਦਾ ਕਹਿਣਾ ਵਾਜਬ ਹੈ। ਸੋ ਅਸੀਂ ਹੋਰ ਵੀ ਇਹਨਾਂ ਨੂੰ ਸਵਾਲ ਕਰਾਂਗੇ, ਜਿਹੜਾ ਅੱਜ ਏਕਾ ਹੈ, ਇਹ ਭਾਈਚਾਰਕ ਸਾਂਝ ਹੈ ਜਿਹੜੀ ਅੱਜ ਸਾਨੂੰ ਪੈਦਾ ਕਰਨ ਦੀ ਵੀ ਲੋੜ ਹੈ। ਮਨਾਂ ਦੇ ਗਿਲੇ ਸ਼ਿਕਵੇ ਭੁਲਾ ਕੇ ਜਿਹੜੀ ਝੋਨੇ ਵਾਲੀ ਗੱਲ ਵੀ ਉਹਨੂੰ ਵੀ ਪਾਸੇ ਰੱਖ ਕੇ ਜੱਟ ਮਜ਼ਬੀ ਦਾ ਇਹ ਇੱਕ ਭੁਲੇਖਾ ਮਿਟਾ ਕੇ ਉਹ ਗੱਲ ਨੂੰ ਮਿਟਾ ਕੇ ਅੱਜ ਏਕੇ ਦਾ ਸਬੂਤ ਦੇਣ ਦੀ ਲੋੜ ਹੈ ਤੇ ਤੁਸੀਂ ਵੀ ਉਪਰਾਲੇ ਕਰ ਰਹੇ ਹੋ। ਇਹ ਸ਼ਲਾਘਾਯੋਗ ਕਦਮ ਹੈ। ਸਾਡਾ ਇਹ ਹਮੇਸ਼ਾ ਤੋਂ ਹੀ ਰਿਹਾ ਜੀ ਕਿ ਜਥੇਬੰਦੀਆਂ ਹਮੇਸ਼ਾ ਕਿਸਾਨ ਮਜ਼ਦੂਰ ਦੀ ਜੋਟੀ ਪਵਾਉਣ ਦੇ ਵਿੱਚ ਜਿੰਨਾ ਕਰ ਸਕਦੀਆਂ ਉਹਨਾਂ ਨੇ ਕਰਿਆ। ਔਰ ਜਿਹੜੀ ਇਹ ਬਣੀ ਹੋਈ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ, ਇਹ ਗੱਲ ਪਹਿਲਾਂ ਆਈ ਕਿੱਥੋਂ ਬਈ ਜੋਟੀ ਪਾਉਣ ਵਾਲੀ, ਕਿਉਂਕਿ ਇੱਥੋਂ ਦੀਆਂ ਸਰਕਾਰਾਂ ਨੇ ਪਹਿਲਾਂ ਅੰਗਰੇਜ਼ ਰਹੇ ਆ, ਇੱਥੇ ਹੁਣ ਆ ਕਾਲੇ ਅੰਗਰੇਜ਼ ਆ ਗਏ। ਇਹਨਾਂ ਨੇ ਸਾਡੇ ਕਿਸਾਨ ਮਜ਼ਦੂਰ ਦੀ ਜੋਟੀ ਪੈਣ ਹੀ ਨਹੀਂ ਦਿੱਤੀ ਕਿ ਸਿਰਫ ਵੋਟਾਂ ਦੇ ਨਾਂ ਤੇ, ਕਦੇ ਧਰਮ ਦੇ ਨਾਂ ਤੇ, ਕਦੇ ਜਾਤ ਦੇ ਨਾਂ ਤੇ ਲਾ ਕੇ ਵੋਟਾਂ ਵਟੋਰੀਆਂ ਹੈਗੀਆਂ। ਔਰ ਜਿਹੜਾ ਅੱਜ ਮਾਹੌਲ ਬਣਿਆ ਹੈਗਾ, ਅੱਜ ਮਾਹੌਲ ਬਣਿਆ ਕਿਸਾਨ ਮਜ਼ਦੂਰ ਦੀ ਜਿਹੜੀ ਸਾਂਝ ਹੈ, ਅਸਲੀ ਸਾਂਝ ਨੂੰ ਹੈ ਜਿਹੜਾ ਉਹ ਪ੍ਰਗਟਾਉਣ ਦਾ। ਇੱਥੋਂ ਤੱਕ ਕਿ ਕਿਸਾਨਾਂ ਨੇ ਵੀ ਜਦੋਂ ਮਜ਼ਦੂਰਾਂ ਨੇ ਕਿਤੇ ਕੋਈ ਜਾਣਾ ਹੁੰਦਾ ਦਿੱਲੀ ਦੇ ਵਿੱਚ, ਉਹਨਾਂ ਨੇ ਟਰੈਕਟਰ ਟਰਾਲੀਆਂ ਕਰਵਾ ਕੇ ਦਿੱਤੇ ਹੈਗੇ। ਉਹ ਕਹਿੰਦੇ ਸਾਨੂੰ ਦੱਸੋ, ਅਸੀਂ ਵੀ ਤੁਹਾਡੇ ਨਾਲ ਆ। ਔਰ ਬਹੁਤ ਸਾਰੇ ਕੰਮਾਂ ਦੇ ਵਿੱਚ, ਜਿਵੇਂ ਜਲੂਰ ਦੇ ਵਿੱਚ ਜ਼ਮੀਨੀ ਘੋਲ ਚੱਲਿਆ ਤਾਂ ਕਿਸਾਨ ਜਥੇਬੰਦੀਆਂ ਨੇ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜਿਹੜਾ ਮਜ਼ਦੂਰਾਂ ਦਾ ਬਣਦਾ, ਔਰ ਦੂਸਰਾ ਜਿਹੜੀ ਜ਼ਮੀਨ ਹੈ ਉਹ ਕਿਸਾਨਾਂ ਨੂੰ, ਛੋਟੇ ਕਿਸਾਨਾਂ ਨੂੰ ਮਿਲਣੀ ਚਾਹੀਦੀ। ਔਰ ਉਹ ਕਿਸਾਨ ਜਥੇਬੰਦੀਆਂ ਨੇ ਪੂਰਾ ਜਿਹੜਾ ਟਿੱਲ ਦਾ ਜ਼ੋਰ ਲਾ ਕੇ ਉਹ ਮਜ਼ਦੂਰਾਂ ਨੂੰ ਜਿਹੜਾ ਹਿੱਸਾ ਦਿਵਾਇਆ। ਇਕੱਲਾ ਇਹ ਨਹੀਂ ਹੈਗਾ ਕਿ ਮਜ਼ਦੂਰਾਂ ਕਿਸਾਨਾਂ ਦੀ ਜ਼ਮੀਨ ਜਾਂਦੀ ਹੈਗੀ ਆ ਜਾਂ ਰੁਜ਼ਗਾਰ ਖੁੱਸਦਾ ਹੈਗਾ ਜਾਂ ਜਿਹੜੀਆਂ ਆਹ ਚੀਜ਼ਾਂ ਹੈਗੀਆਂ ਦਾਲਾਂ ਹੋਰ ਹੈ, ਠੀਕ ਨਾ, ਇਹ ਸਾਰੀਆਂ ਤੇ ਜਿਹੜਾ ਉਹ ਕੱਟ ਲੱਗਦਾ ਹੈਗਾ ਜਾਂ ਇਹਨਾਂ ਦੇ ਰੇਟ ਵੱਧਦੇ ਆ। ਗੱਲ ਇੰਨੀ ਕਿ ਹੈਗੀ ਕਿ 50,000 ਜਿਹੜਾ ਮਜ਼ਦੂਰ ਪਰਿਵਾਰ ਆ ਪੰਜਾਬ ਦੇ ਵਿੱਚ ਖੇਤੀ ਕਰਦਾ, ਚਾਹੇ ਉਹ ਪੰਚਾਇਤੀ ਜ਼ਮੀਨ ਦੇ ਰੂਪ 'ਚ ਹੋਵੇ ਚਾਹੇ ਉਹ ਦੂਸਰੇ ਰੂਪ ਵਿੱਚ ਹੋਵੇ। ਜ਼ਮੀਨਾਂ ਤੇ ਅੱਖ ਉਸਨਾਂ ਤੇ ਵੀ ਰੱਖੀ ਜਾਣੀ ਹੈਗੀ ਆ ਜਿਹੜੇ ਮਜ਼ਦੂਰ ਪਲਾਟਾਂ ਦੀ ਮੰਗ ਕਰਦੇ ਆ ਜਾਂ ਪੰਚਾਇਤੀ ਜ਼ਮੀਨ 'ਚ ਤੀਜੇ ਹਿੱਸੇ ਦੀ ਗੱਲ ਕਰਦੇ ਆ। ਇਸ ਕਰਕੇ ਸਭ ਤੋਂ ਪਹਿਲਾਂ ਨਿਸ਼ਾਨਾ ਸਰਕਾਰ ਇਹਨਾਂ ਜ਼ਮੀਨਾਂ ਨੂੰ ਬਣਾਊਗੀ। ਮਜ਼ਦੂਰ ਵਰਗ ਦਾ ਵੀ ਬਣਦਾ ਕਿ ਇਹਨਾਂ ਜ਼ਮੀਨਾਂ ਤੇ ਜਿਹੜੀ ਮੈਲੀ ਅੱਖ ਰੱਖੀ ਹੋਈ ਹੈ ਸਰਕਾਰ ਦੀ, ਕਿਸਾਨਾਂ ਮਜ਼ਦੂਰਾਂ ਦੀ ਸਾਂਝ ਦੇ ਰਾਹੀਂ ਇਹਨੂੰ ਤੋੜਿਆ ਜਾਵੇ। ਹੁਣੇ ਪੰਜਾਬ ਸਰਕਾਰ ਨੇ ਇੱਕ SDM ਰਾਹੀਂ ਉਹ ਸੰਗਰੂਰ ਜ਼ਿਲ੍ਹੇ 'ਚ ਲਾਗੂ ਵੀ ਹੋ ਗਿਆ ਕਿ ਜਿਹੜੀ ਹੈਗੀ ਹੈ ਉਹਨਾਂ ਪੰਚਾਇਤੀ ਜ਼ਮੀਨਾਂ ਦੀ ਪਤਾ ਕਰੋ ਵੀ ਕਿੱਥੇ ਕਿੱਥੇ ਹੈਗੀ ਹੈ ਤੇ ਉਹ ਵਪਾਰਕ ਘਰਾਣਿਆਂ ਨੂੰ ਦੇਣ ਦੀ, ਜਿਹੜੀ ਪੰਚਾਇਤੀ ਜ਼ਮੀਨਾਂ ਨੂੰ ਦੇਣ ਦੀ ਇੱਕ ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੰਗਰੂਰ ਜ਼ਿਲ੍ਹੇ 'ਚ ਇਹਦੀ ਸ਼ੁਰੂਆਤ ਵੀ ਹੋ ਚੁੱਕੀ ਹੈ। SDM ਨੇ ਬਕਾਇਦਾ ਸਾਡੇ ਕੋਲੇ ਉਹ ਨੋਟਿਸ ਆ ਜਿਹੜਾ ਸਰਕਾਰ ਵੱਲੋਂ SDM ਰਾਹੀਂ ਕਿਸਾਨਾਂ ਮਜ਼ਦੂਰਾਂ 'ਚ ਦਿੱਤਾ ਜਾ ਰਿਹਾ ਜਾਂ ਪਿੰਡਾਂ 'ਚ ਨਿਸ਼ਾਨਦੇਹੀ ਉਸ ਜ਼ਮੀਨ ਦੀ ਕੀਤੀ ਜਾ ਰਹੀ ਹੈ। ਪੰਚਾਇਤੀ ਜ਼ਮੀਨ ਨੂੰ ਹੜੱਪਣ ਦੇ ਸਰਕਾਰ ਦੇ ਮਨਸੂਬੇ ਸਾਹਮਣੇ ਆ ਰਹੇ ਆ, ਕੀ ਕਹਿਣਾ ਚਾਹੋਗੇ? ਜਿਹੜੀ ਪੰਚਾਇਤੀ ਜ਼ਮੀਨ ਆ ਜੀ, ਪੰਚਾਇਤੀ ਜ਼ਮੀਨ ਪਿੰਡਾਂ ਦੇ ਘੜਾਮ ਚੌਧਰੀ ਵਾਹ ਰਹੇ ਆ
ਤੇ ਕਦੇ ਵੀ ਜਿਹੜੀ ਸਰਕਾਰ ਹੈ ਜਾਂ ਪ੍ਰਸ਼ਾਸਨ ਆ ਉਹ ਕੜਮ ਚੌਧਰੀਆਂ ਨੂੰ ਜਿਹੜਾ ਆਪਦੇ ਵੱਲੋਂ ਨਿਰਾਸ਼ ਨਹੀਂ ਕਰਨਾ ਚਾਹੁੰਦਾਗਾ। ਉਹ ਹਮੇਸ਼ਾ ਹੀ ਇਸ ਜ਼ਮੀਨ ਨੂੰ, ਇਹ ਪਲਾਟਾਂ ਵਾਲੀ ਜ਼ਮੀਨ ਨੂੰ ਜਿਹੜਾ ਆਪਦੇ ਮਾੜੇ ਮਨਸੂਬਿਆਂ ਲਈ ਘੱਟ ਰੇਟ ਤੇ ਜਾਂ ਆਪਦਾ ਦਬਦਬਾ ਬਣਾ ਕੇ ਰੱਖਣ ਵਾਸਤੇ ਇਹ ਜ਼ਮੀਨਾਂ ਦੀ ਜਿਹੜੀ ਜਿਵੇਂ ਆਪਾਂ ਕਹਿ ਦਈਏ ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਲਾ ਜਿਹੜਾ ਪ੍ਰੋਸੈਸ ਇਹਨਾਂ ਨੇ ਕੀਤਾ ਹੈਗਾ। ਪਰ ਉਹਦੇ 'ਚ ਜਿਹੜੀ ਸੰਗਰੂਰ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜਿਹੜਾ ਐਲਾਨ ਆ ਕਿ ਪੰਚਾਇਤੀ ਜ਼ਮੀਨਾਂ ਜਿਹੜੀਆਂ ਤੀਜੇ ਹਿੱਸੇ ਦੇ ਲੈਣ ਲਈ ਜਿਹੜਾ ਸੰਘਰਸ਼ ਵਿੱਢਿਆ ਹੋਇਆ, ਚਾਹੇ ਤੋਲੇਵਾਲ ਦੇ ਵਿੱਚ ਹੋਇਆ ਹੋਵੇ ਜਿਹੜਾ ਘਟਨਾਕ੍ਰਮ ਜਾਂ ਜਲੂਰ ਦੇ ਵਿੱਚ, ਉਹ ਸੰਘਰਸ਼ ਨੇ ਜਿਹੜਾ ਪੰਚਾਇਤੀ ਜ਼ਮੀਨਾਂ ਦੀ ਜਿਹੜੀ ਆਦਤ ਹੈ ਔਰ ਲੋਕਾਂ ਨੂੰ ਆਤਮ ਨਿਰਭਰ ਹੋ ਕੇ ਆਪਦੇ ਰੁਜ਼ਗਾਰ ਦੀ ਔਰ ਸਵੈਮਾਨ ਦੀ ਜ਼ਿੰਦਗੀ ਜਿਉਣ ਵਾਲਾ ਜਿਹੜਾ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਔਰ ਮਜ਼ਦੂਰ ਜਥੇਬੰਦੀਆਂ ਨੇ ਜਿਹੜਾ ਸਾਥ ਦਿੱਤਾ ਔਰ ਕਿਸਾਨ ਜਥੇਬੰਦੀਆਂ ਨੇ ਸਾਥ ਦਿੱਤਾ, ਉਹ ਕਦੇ ਵੀ ਸਰਕਾਰ ਦੇ ਇਹ ਮਾੜੇ ਮਨਸੂਬੇ ਆ ਜਿਹੜੇ ਚਾਹੇ ਉਹ ਕੁਛ ਕਰ ਲੈਣ ਕੀਤੇ ਤਾਂ ਇਹਨਾਂ ਨੇ ਇਹ ਵੀ ਹੈਗਾ ਕਿ ਜ਼ਮੀਨ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਾਂਗੇ। ਪਰ ਜਿਹੜੇ ਕਾਨੂੰਨ ਵੀ ਬਣਾਏ ਉਹਨਾਂ ਨੇ ਉਹ ਸਿਰਫ ਤੇ ਸਿਰਫ ਕਾਗਜ਼ਾਂ ਦੀਆਂ ਪੰਨਾਂ ਰਹਿ ਜਾਣਗੀਆਂ, ਹਕੀਕਤ ਦੇ ਵਿੱਚ ਇੱਥੇ ਲਾਗੂ ਬਹੁਤ ਔਖੇ ਹੋਣਗੇ। ਔਰ ਪੰਚਾਇਤੀ ਜ਼ਮੀਨਾਂ 'ਤੇ ਵੀ ਸਰਕਾਰ ਦੀ ਜਿਹੜੀ ਅੱਖ ਹੈ ਉਹ ਮਜ਼ਦੂਰ ਉਹ ਜਿਹੜਾ ਉਹ ਤੋੜ ਕੇ ਉਹਨਾਂ ਦਾ ਉਹ ਸੰਘਰਸ਼ ਕਰਕੇ ਉਹਨਾਂ ਦਾ ਇਹ ਚੀਜ਼ ਤੋੜ ਕੇ ਉਹ ਅੱਗੇ ਵਧਣਗੇ ਔਰ ਪੰਚਾਇਤੀ ਜ਼ਮੀਨਾਂ ਲੈ ਕੇ ਰਹਿਣਗੇ। ਜੀ, ਮੈਂ ਦਿੱਲੀ ਜਾ ਕੇ ਆਇਆ, ਉੱਥੇ ਇੱਕ ਭਾਈਚਾਰਕ ਏਕਤਾ ਜਿਹੜੀ ਸਾਂਝ ਬਣੀ ਹੈ, ਚਾਹੇ ਹਰਿਆਣੇ ਦਾ ਕਿਸਾਨ ਹੋਵੇ, ਮਜ਼ਦੂਰ ਹੋਵੇ, ਚਾਹੇ ਰਾਜਸਥਾਨ ਦਾ ਹੋਵੇ, ਮੱਧ ਪ੍ਰਦੇਸ਼ ਦਾ, ਮੈਂ ਸਾਰੇ ਲੋਕਾਂ ਨੂੰ ਉੱਥੇ ਮਿਲ ਕੇ ਆਇਆ ਤੇ ਅਸੀਂ ਦੇਖਿਆ ਵੀ ਜਿਹੜੀ ਇੱਕ ਭਾਈਚਾਰਕ ਏਕਤਾ ਹੋਈ ਹੈ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ। ਕੀ ਕਹਿਣਾ ਚਾਹੋਗੇ ਇੱਕ ਭਾਈਚਾਰਕ ਏਕਤਾ ਬਾਰੇ? ਦੇਖੋ ਜੀ, ਉੱਥੇ ਧਰਮ, ਬੋਲੀ, ਜਾਤ ਪਾਤ ਬਹੁਤ ਤਰ੍ਹਾਂ ਦੇ ਰੰਗ ਆ ਉੱਥੇ ਔਰ ਅਸੀਂ ਇਸ ਚੀਜ਼ ਨੂੰ ਇਹ ਮੰਨਦੇ ਹਾਂ ਕਿ ਜਿਹੜੇ ਸਾਡੇ ਗੁਰੂਆਂ ਨੇ ਮਾਨਸ ਕੀ ਜਾਤ ਸਭ ਏਕੇ ਪਹਿਚਾਣ ਵੋ ਦਾ ਨਾਅਰਾ ਦਿੱਤਾ ਸੀ, ਉਹ ਬਿਲਕੁਲ ਸਾਡੇ ਗੁਰੂ ਉੱਥੇ ਜਿਵੇਂ ਆਪਾਂ ਕਹਿੰਦੇ ਕਿ ਦੇਖਿਆ ਜਾ ਸਕਦਾ ਸਾਡੇ ਗੁਰੂਆਂ ਦੇ ਉਹ ਜਿਹੜੇ ਪੂਰਨੇ ਪਾਏ ਉਹਨਾਂ ਪੂਰਨਿਆਂ 'ਤੇ ਚੱਲਦੀਆਂ ਹੋਈਆਂ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਔਰ ਹੋਰ ਵੀ ਤਬਕੇ ਜਿਹੜੇ ਉੱਥੇ ਪਹੁੰਚੇ ਆ, ਕਿਉਂਕਿ ਉਹਨਾਂ ਨੇ ਸਾਰੇ ਕੁਛ ਤੋਂ ਉੱਪਰ ਉੱਠ ਕੇ ਧਰਮ ਤੋਂ, ਜਾਤ ਤੋਂ, ਨਸਲ ਤੋਂ ਉੱਠ ਕੇ ਸਿਰਫ ਤੇ ਸਿਰਫ ਇਹਨਾਂ ਜ਼ਮੀਨਾਂ ਨੂੰ ਬਚਾਉਣ ਲਈ, ਇਹਨਾਂ ਦੇ ਆਪਣੇ ਹੱਕਾਂ ਨੂੰ ਬਚਾਉਣ ਲਈ ਸਾਰਾ ਕੁਛ ਹੈ ਜਿਹੜਾ ਉਹ ਇੱਕਮਿਕ ਹੋ ਕੇ, ਕਿਉਂਕਿ ਇਹਨਾਂ ਨੇ ਇਹ ਜਾਣਦੇ ਹੈਗੇ ਆ, ਕਿਸਾਨ ਜਥੇਬੰਦੀਆਂ ਸਮਝਦੀਆਂ ਕਿ ਸਰਕਾਰਾਂ ਹਮੇਸ਼ਾ ਪਾੜੋ ਤੇ ਰਾਜ ਕਰੂ ਦੀ ਨੀਤੀ ਜਿਹੜੀਆਂ ਉਹ ਅਪਣਾਉਂਦੀਆਂ, ਉਹਨਾਂ ਨੂੰ ਸਾਰਿਆਂ ਨੂੰ ਫੇਲ ਕਰਕੇ ਕਿਸਾਨ ਜਥੇਬੰਦੀਆਂ ਨੇ, ਮਜ਼ਦੂਰ ਜਥੇਬੰਦੀਆਂ ਨੇ ਇਹ ਭਾਈਚਾਰਕ ਸਾਂਝ ਉੱਥੇ ਤਿਆਰ ਕੀਤੀ ਆ। ਅਸੀਂ ਇਸੇ ਤਰ੍ਹਾਂ ਹੀ ਜਿਵੇਂ ਪੰਜਾਬ ਦੇ ਵਿੱਚ ਜਾਂ ਹੋਰਾਂ ਦੇ ਸਟੇਟਾਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਜਿਹੜੀ ਭਾਈਚਾਰਕ ਸਾਂਝ ਆ ਸਾਡੀ ਬਣਾਈ ਰੱਖਾਂਗੇ। ਇਹ ਅਸੀਂ ਉੱਥੇ ਵੀ ਪਾਲਣ ਕੀਤਾ, ਇੱਥੋਂ ਵੀ, ਕਿਉਂਕਿ ਜਥੇਬੰਦੀਆਂ ਹਮੇਸ਼ਾ ਜਿਹੜਾ ਗੁਰੂਆਂ ਦੇ ਰਾਹ 'ਤੇ, ਭਗਤ ਸਰਾਭਿਆਂ ਦੇ ਰਾਹ 'ਤੇ, ਗਦਰੀ ਬਾਬਿਆਂ ਦੇ ਰਾਹ 'ਤੇ ਚੱਲਦੀਆਂ। ਉਹਨਾਂ ਦੀ ਮਨਸ਼ਾ ਕਦੇ ਵੀ ਇਹ ਨਹੀਂ ਸੀ ਕਿ ਇੱਕ ਧਰਮ ਹੋਵੇ, ਇੱਕ ਜਾਤ ਹੋਵੇ। ਉਹਨਾਂ ਨੇ ਵੀ ਗੁਰੂਆਂ ਦੇ ਰਾਹ 'ਤੇ ਚੱਲ ਕੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਣ ਵੋ ਵਾਲਾ ਜਿਹੜਾ ਪੂਰਨਿਆਂ 'ਤੇ ਚੱਲ ਕੇ ਜਿਹੜਾ ਉੱਥੇ ਭਾਈਚਾਰਕ ਸਾਂਝ ਕਾਇਮ ਕੀਤੀ ਹੈ। ਜੀ, ਸਰਕਾਰਾਂ ਕਿਸਾਨ ਜਥੇਬੰਦੀਆਂ ਨੂੰ ਕਦੇ ਕੋਈ ਮੀਟਿੰਗ ਦਾ ਟਾਈਮ ਦਿੰਦੀਆਂ, ਕਦੇ ਕੋਈ ਮੀਟਿੰਗ ਦਾ, ਪਰ ਕਿਸੇ ਵੀ ਸਿੱਟੇ 'ਤੇ ਉਹ ਮੰਨਣ ਲਈ ਤਿਆਰ ਹੀ ਨਹੀਂ। ਕਹਿੰਦੇ ਵੀ ਡੱਬਾ ਬਦਲ ਦਿਆਂਗੇ ਪਰ ਕਾਨੂੰਨ ਨਹੀਂ ਬਦਲੇ ਜਾਣਗੇ। ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਨੂੰ? ਇਹਦੇ ਵਿੱਚ ਅਡਾਨੀਆਂ ਅੰਬਾਨੀਆਂ ਤੋਂ ਜਿਹੜੇ ਮੋਦੀ ਸਰਕਾਰ ਨੇ ਚੰਗੇ ਰੁਪਈਏ, ਅਰਬਾਂ ਖਰਬਾਂ ਰੁਪਈਆ ਲਿਆ ਹੈ, ਉਹ ਕਹਿੰਦੇ ਆ ਕਿ ਤੁਸੀਂ ਇਹ ਕਾਨੂੰਨ ਲਾਗੂ ਕਰੋ ਔਰ ਜਿਹੜੀ ਪੰਜਾਬ ਦੀ ਔਰ ਭਾਰਤ ਦੀ ਜਨਤਾ ਹੈ ਉਹ ਇੱਧਰੋਂ ਕਹਿੰਦੀ ਹੈ ਕਿ ਅਸੀਂ ਇਹ ਲਾਗੂ ਹੋਣ ਨਹੀਂ ਦੇਣੇ, ਰੱਦ ਕਰਵਾਉਣੇ ਆ। ਉਹ ਇਸ ਕਰਕੇ ਲਾਗੂ ਕਰਾਉਣਾ ਚਾਹੁੰਦੇ ਹੈਗੇ ਕਿਉਂਕਿ ਉਹਨਾਂ ਨੇ ਰੁਪਈਏ ਦਿੱਤੇ ਔਰ ਮੋਦੀ ਦੀ ਬਾਂਹ ਮਰੋੜਦੇ ਉਹ ਵੀ ਇਹਨਾਂ ਨੂੰ ਲਾਗੂ ਕਰ। ਔਰ ਇੱਧਰਲੇ ਪਾਸੇ ਜਿਹੜੀ ਮੋਦੀ ਸਰਕਾਰ ਆ ਜਿਹੜੀ ਉਹ ਦੁਵਿਧਾ 'ਚ ਫਸੀ ਹੋਈ ਹੈ ਵੀ ਇੰਨੀ ਜਨਤਾ ਜਿਹੜੀ ਸਾਡੇ ਜਿਹੜੇ ਦਰਾਂ ਦੇ ਉੱਤੇ ਔਰ ਦਿੱਲੀ ਘਿਰ ਕੇ ਬੈਠੀ ਹੈਗੀ ਆ, ਇਹਨਾਂ ਨੂੰ ਕੀ ਦੱਸਗੇ ਅਸੀਂ। ਇਹ ਭੰਬਲ ਭੂਸੇ 'ਚ ਪਿਆ ਹੋਇਆ ਜਿਹੜਾ ਤਾਣਾ ਬਾਣਾ ਹੈ ਔਰ ਸਾਰੀ RSS ਦੀ ਜਿਹੜੀ ਪਲੈਨਿੰਗ ਹੈ ਕਿ ਇਹਨੂੰ ਜਿਵੇਂ ਆਪਾਂ ਕਹਿ ਦਈਏ ਵੀ ਇਹਨੂੰ ਖਤਮ ਕੀਤਾ ਜਾਵੇ ਸੰਘਰਸ਼ ਨੂੰ। ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਬੰਦੇ ਵਿੱਚ ਛੱਡੇ ਜਾ ਰਹੇ ਆ। ਕਿਸਾਨ ਜਥੇਬੰਦੀਆਂ ਨੇ ਆਪਦੇ ਵਲੰਟੀਅਰ ਤਿਆਰ ਕਰਕੇ ਇਹਨਾਂ ਦੀਆਂ ਸਾਰੀਆਂ ਜਥੇਬੰਦੀਆਂ ਵਲੰਟੀਅਰ ਤਿਆਰ ਕਰਕੇ ਸਾਰੇ ਮਨਸੂਬੇ ਆ ਜਿਹੜੇ ਉਹ ਖਤਮ ਕੀਤੇ ਆ ਔਰ ਜਥੇਬੰਦੀਆਂ ਅੱਗੇ ਵਧ ਰਹੀਆਂ। ਜਿਹੜੀ ਸਰਕਾਰ ਕਦੇ ਟਸ ਤੋਂ ਮਸ ਨਹੀਂ ਹੋਈ, ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਲਾਗੂ ਕਰਤੀ, 35A ਹਟਾਤੀ, ਜਿਹੜਾ ਅਯੁੱਧਿਆ ਦੇ ਵਿੱਚ ਰਾਮ ਮੰਦਰ ਢਾਹ ਕੇ ਮਸਜਿਦ ਬਣਾਤੀ। ਇਹਨਾਂ ਨੇ ਕਿਹਾ ਵੀ ਐਵੇਂ ਹੀ ਚੱਲੀ ਜਾਊਗਾ ਕਿ ਲੋਕ ਬੋਲਦੇ ਨਹੀਂ ਹੈਗੇ, ਪਰ ਇਹਦੇ ਵਿੱਚ ਇਹਨੂੰ ਪੰਜਾਬ ਦੇ ਇਤਿਹਾਸ ਬਾਰੇ ਮੋਦੀ ਕਿਆਂ ਨੂੰ ਪਤਾ ਨਹੀਂ ਸੀਗਾ, ਅਮਿਤ ਸ਼ਾਹ ਨੂੰ ਪੰਜਾਬ ਦੇ ਇਤਿਹਾਸ ਬਾਰੇ ਨਹੀਂ ਪਤਾ ਸੀ ਕਿ ਇੱਥੇ ਗੁਰੂਆਂ ਪੀਰਾਂ ਦਾ, ਭਗਤ ਸਰਾਭਿਆਂ ਦਾ ਜਿਹੜਾ ਇਤਿਹਾਸ ਹੈ ਉਹ ਹਮੇਸ਼ਾ ਜਿਹੜਾ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਨੂੰ ਜਿਹੜਾ ਖਤਮ ਕਰਨ ਦੀ ਗੱਲ ਕਰਦਾ ਹੈ। ਔਰ ਸਾਡੇ ਬਾਬੇ ਨਾਨਕ ਨੇ ਵੀ ਜਿਹੜਾ ਕਿਹਾ ਹੈਗਾ ਕਿ ਰਾਜੇ ਸ਼ੀਹ ਮੁਕੱਦਮ ਕੁੱਤੇ, ਬਾਬਰ ਵਰਗਿਆਂ ਨੂੰ ਜਾਬਰ ਕਹਿਣ ਦੀ ਕੋਸ਼ਿਸ਼ ਕੀਤੀ। ਉਸੇ ਰਾਹ 'ਤੇ ਚੱਲਦਿਆਂ ਹੋਇਆਂ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਔਰ ਮਜ਼ਦੂਰ ਜਥੇਬੰਦੀਆਂ ਦੇ ਆਗੂ ਆ ਜਿਹੜੇ ਉਸੇ ਰਾਹ 'ਤੇ ਚੱਲਦੇ ਹੋਏ ਮੋਦੀ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਭਾਈਚਾਰਕ ਸਾਂਝ ਕਾਇਮ ਕਰਕੇ ਔਰ ਇਹ ਕਾਨੂੰਨ ਰੱਦ ਕਰਵਾ ਕੇ ਵਾਪਸ ਆਉਣਗੇ। ਜੀ,
ਸਾਡਾ ਲਾਸਟ ਸਵਾਲ ਕਿ ਉੱਥੇ ਜਿਹੜੇ ਹਰਿਆਣੇ ਦੇ ਕਿਸਾਨਾਂ ਨੇ ਦਿੱਲੀ ਦੇ ਵਿੱਚ, ਮੇਰਾ ਸਵਾਲ ਦਿੱਲੀ ਤੇ ਘੋਲ ਤੇ ਆ, ਫਿਰ ਉੱਥੇ ਹੀ ਹਰਿਆਣੇ ਦੇ ਕਿਸਾਨਾਂ ਨੇ ਇੱਕ ਭਾਈਚਾਰਕ ਸਾਂਝ ਦਿਖਾਈ ਆ, ਪੰਜਾਬ ਨੂੰ ਵੱਡਾ ਭਾਈ ਮੰਨਦੇ ਨੇ ਉੱਥੇ। ਔਰ ਜਿਹੜਾ ਦੁੱਧ, ਦਹੀਂ, ਲੱਸੀ, ਮਤਲਬ ਈਵਨ ਕਿ ਜਿਹੜੇ ਆਪਾਂ ਇੱਥੋਂ ਰਾਸ਼ਨ ਲੈ ਕੇ ਪੰਜਾਬ ਤੋਂ ਗਏ ਆ, ਉਹ ਤਾਂ ਉਹਨਾਂ ਨੂੰ ਵਰਤਣ ਦੀ ਲੋੜ ਹੀ ਨਹੀਂ ਪਈ ਹਲੇ, ਉਹ ਹਰਿਆਣੇ ਵਾਲੇ ਹੀ ਇੰਨਾ ਰਾਸ਼ਨ ਦੇ ਰਹੇ ਆ। ਕੀ ਕਹਿਣਾ ਚਾਹੋਗੇ ਹਰਿਆਣੇ ਤੇ ਪੰਜਾਬ ਦੀ ਏਕਤਾ ਬਾਰੇ? ਦੇਖੋ ਜੀ, ਜਿਹੜੀਆਂ ਸਰਕਾਰਾਂ ਦੇ ਮਨਸੂਬੇ ਹੁੰਦੇ ਆ, ਪਹਿਲਾਂ ਇਹਨਾਂ ਨੇ 47 'ਚ ਵੰਡ ਕਰਾਤੀ। ਇਹਨਾਂ ਨੇ ਕਹਿਤਾ ਵੀ ਖਣੀ ਹਰਿਆਣਾ ਸਾਡਾ ਦੁਸ਼ਮਣ ਹੈ, ਪੰਜਾਬ ਵਾਲਿਆਂ ਨੂੰ ਲੱਗਦਾ ਵੀ ਖਣੀ ਹਰਿਆਣੇ ਵਾਲਿਆਂ ਨੂੰ ਲੱਗਦਾ ਪੰਜਾਬ ਵਾਲੇ ਦੁਸ਼ਮਣ ਆ, ਸਾਡੇ ਪੰਜਾਬ ਵਾਲਿਆਂ ਨੂੰ ਲੱਗਦਾ ਹਰਿਆਣੇ ਵਾਲੇ ਹੈਗੇ। ਪਰ ਇਹਦੇ ਵਿੱਚ ਜਿਹੜੀਆਂ ਕੁਝੀਆਂ ਜਿਹੜੀਆਂ ਸਾਜ਼ਿਸ਼ਾਂ ਸੀਗੀਆਂ, ਹੁਣ ਜਿਵੇਂ ਮੋਦੀ ਜਿਹੜਾ ਹਰਿਆਣੇ ਦੀ ਖੱਟਰ ਸਰਕਾਰ ਹੈਗਾ, ਉਹਨਾਂ ਨੇ SYL ਦਾ ਜਿਹੜਾ ਮੁੱਦਾ ਚੱਕਿਆ ਹੈਗਾ ਵੀ SYL ਦਾ ਮੁੱਦਾ ਚੱਕ ਕੇ ਸਤਲੁਜ ਯਮੁਨਾ ਲਿੰਕ ਦਾ ਜਿਹੜਾ ਉਹ ਮੁੱਦਾ ਚੱਕ ਕੇ ਅਸੀਂ ਇਹਨਾਂ ਵਿੱਚ ਭੜਕਾਹਟ ਪੈਦਾ ਕਰਕੇ, ਪਰ ਉਹਦੇ 'ਚ ਹਰਿਆਣਾ ਦੇ ਕਿਸਾਨਾਂ ਨੇ ਕਿਹਾ ਕਿ ਜੇ ਸਾਡੇ ਕੋਲੇ ਜ਼ਮੀਨ ਰਹੂਗੀ ਤਾਂ ਪਾਣੀ ਅਸੀਂ ਤਾਂ ਲਾਵਾਂਗੇ, ਜੇ ਸਾਡੇ ਕੋਲ ਜ਼ਮੀਨ ਹੀ ਨਾ ਰਹੂਗੀ ਤਾਂ ਅਸੀਂ ਇਹ ਪਾਣੀ ਇਕੱਲਾ ਕੀ ਕਰਨਾ ਹੈ। ਇਸ ਕਰਕੇ ਮੋਦੀ ਸਰਕਾਰ ਵੱਲੋਂ ਔਰ ਜਿਹੜੀਆਂ ਵੀ ਹਾਕਮ ਆਏ ਆ 47 ਤੋਂ ਲੈ ਕੇ ਹੁਣ ਤੱਕ, ਉਹਨਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਰਾਜ ਕੀਤਾ ਹੈ। ਔਰ ਹੁਣ ਸਾਰੇ ਰਾਜ ਆ ਜਿਹੜੇ ਉਹ ਇਕਮਿੱਠ ਹੋ ਕੇ ਇਹਨਾਂ ਸਰਕਾਰਾਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਆ। ਔਰ ਇੱਥੋਂ ਤੱਕ ਕਿ ਰਾਜਨੀਤਿਕ ਪਾਰਟੀਆਂ ਨੂੰ ਵੰਡ ਤੱਕ ਨਹੀਂ ਇਸ ਮੋਰਚੇ 'ਚ ਦਿੱਤਾ ਗਿਆ ਗਾ। ਇਹ ਸਾਡੇ ਚੇਤਨ ਸਮਾਜ ਦੀ, ਚੇਤਨ ਸਟੇਟਾਂ ਦੀ ਔਰ ਚੇਤਨ ਆਗੂਆਂ ਦੀ ਜਿਹੜੀ ਇੱਕ ਵੱਡ ਮੁੱਲਾ ਉਹਨਾਂ ਦਾ ਯੋਗਦਾਨ ਹੈ, ਜਿਨ੍ਹਾਂ ਨੇ ਵੱਖ-ਵੱਖ ਸਟੇਟਾਂ ਨੂੰ ਇੱਕ ਫਰੰਟ ਤੇ ਇਕੱਠੇ ਕਰਕੇ ਔਰ ਉਹਨਾਂ ਦੇ ਜਿਹੜੇ ਅਸਲੀ ਮੁੱਦੇ ਸੀਗੇ ਉਹਨਾਂ ਬਾਰੇ ਜਾਗਰੂਕ ਕਰਾਇਆ ਹੈਗਾ। ਨਹੀਂ ਤਾਂ ਧਰਮ ਦੇ ਨਾਂ 'ਤੇ ਕਿੰਨੀਆਂ ਮੰਡੀਆਂ ਪਾ ਕੇ ਇਹਨਾਂ ਨੇ ਜਿਹੜਾ ਉਹ ਘਾਣ ਕੀਤਾ ਲੀਡਰਾਂ ਨੇ ਜਾਂ ਸਰਕਾਰਾਂ ਨੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆ ਜਿਹੜਾ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਜਾਂ ਸਾਡੇ ਪੰਜਾਬ ਦੇ ਲੋਕ, ਦੇਸ਼ ਦੇ ਲੋਕ ਆ ਜਿਹੜੇ, ਉਹ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਇਹੀ ਕਹਿਣਾ ਜੀ ਮੇਰਾ।